ਉਹ ਇਸ ਲਈ ਕਹਿੰਦੇ ਹੁੰਦੇ ਸੀਗੇ ਕਿਉਂਕਿ ਇਹ ਜਿਹੜਾ ਫਾਰਮੂਲੇਸ਼ਨ ਮੈਂ ਤੁਹਾਨੂੰ ਦੱਸਿਆ ਆ, ਇਹ ਮਾਂ ਦੇ ਦੁੱਧ ਵਿੱਚ ਮਿਲਦਾ ਆ ਜਦੋਂ ਉਹ ਨਵੇਂ ਬੱਚੇ ਨੂੰ ਜਨਮ ਦਿੰਦੀ ਆ, ਰਾਈਟ। ਤੇ ਇਹ ਤਾਂ ਹੁਣ ਸਾਇੰਸ ਨੇ ਵੀ ਪ੍ਰੂਵ ਕੀਤਾ ਆ ਕਿ ਉਹ ਜਿਹੜਾ ਦੁੱਧ ਆ ਜਦੋਂ ਬੱਚਾ ਪੀਂਦਾ ਆ ਤੇ ਉਹਦੇ ਵਿੱਚ ਵਾਇਰਸ ਦੇ ਲਈ ਇਮਿਊਨਿਟੀ ਬਣਦੀ ਆ। ਓਕੇ, ਸੋ ਵਾਇਰਸ ਨੂੰ ਫਾਈਟ ਕਰਨ ਦੀ ਇਮਿਊਨਿਟੀ ਬਣਦੀ ਆ, ਪੈਰਾਸਾਈਟ ਨੂੰ ਫਾਈਟ ਕਰਨ ਦੀ ਇਮਿਊਨਿਟੀ ਬਣਦੀ ਆ, ਬੈਕਟੀਰੀਆ ਨੂੰ ਫਾਈਟ ਕਰਨ ਦੀ ਇਮਿਊਨਿਟੀ ਬਣਦੀ ਆ, ਯੀਸਟ ਜਾਂ ਫੰਗਸ ਉਹਨੂੰ ਫਾਈਟ ਕਰਨ ਦੀ ਇਮਿਊਨਿਟੀ ਬਣਦੀ ਆ। ਸੋ ਇੱਕ ਚੀਜ਼ ਮੈਂ ਹੋਰ ਸ਼ੇਅਰ ਕਰਨਾ ਚਾਹੂੰਗੀ, ਜਿਹੜਾ ਲਾਈਕ ਕੋਈ ਦਰਿਆ ਆ ਜਾਂ ਕੋਈ ਰਿਵਰ ਆ ਜਾਂ ਕੋਈ ਝਰਨਾ ਆ ਜਿਹੜਾ ਕਾਫੀ ਤੇਜ਼ੀ ਨਾਲ ਫਲੋ ਹੁੰਦਾ ਆ, ਜਿਸ ਦਾ ਪਾਣੀ ਦਾ ਬਹਾਵ ਬਹੁਤ ਤੇਜ਼ ਹੁੰਦਾ ਆ, ਉਹਦੇ ਵਿੱਚ ਇਹ ਫਾਰਮੂਲੇਸ਼ਨ ਪਾਈ ਜਾਂਦੀ ਆ। ਓਕੇ, ਜਿਹੜੀ ਵੇਈ ਦਾ ਜਾਂ ਕਿਸੇ ਰਿਵਰ ਦਾ ਜਾਂ ਕਿਸੇ ਝਰਨੇ ਦਾ ਪਾਣੀ ਜਿਹੜਾ ਆ ਉਹ ਬਹੁਤ ਹੌਲੀ ਹੌਲੀ ਰੁੜਦਾ ਪਿਆ ਆ ਜਾਂ ਹੌਲੀ ਹੌਲੀ ਚੱਲਦਾ ਪਿਆ ਆ, ਉੱਥੇ ਬੈਕਟੀਰੀਆ ਜਿਹੜਾ ਉਹ ਪ੍ਰਫੁੱਲਤ ਹੁੰਦਾ ਆ। ਪਰ ਜਿਹੜਾ ਝਰਨਾ ਜਾਂ ਪਾਣੀ ਜਾਂ ਵੇਈ ਜਾਂ ਰਿਵਰ ਬਹੁਤ ਤੇਜ਼ੀ ਨਾਲ ਚੱਲਦੀ ਆ, ਆ ਜਿਹੜਾ ਫਾਰਮੂਲੇਸ਼ਨ ਹੈ ਉਸ ਪਾਣੀ ਵਿੱਚ ਜ਼ਰੂਰ ਹੁੰਦਾ ਆ। ਇੱਦਾਂ ਹੀ ਸਾਇੰਸਦਾਨਾਂ ਨੇ ਹਿਮਾਲਿਆ ਵਿੱਚ ਇੱਕ ਹਨਜ਼ਾ ਏਰੀਆ ਆ ਤੇ ਉੱਥੇ ਜਿਹੜਾ ਪਾਣੀ ਮਿਲਦਾ ਆ ਉਹਦੇ ਵਿੱਚ ਇਹ ਫਾਰਮੂਲੇਸ਼ਨ ਨੈਚੁਰਲ ਤੌਰ ਤੇ ਪਾਇਆ ਜਾਂਦਾ ਆ, ਜੋ ਕਿ ਇਨਸਾਨਾਂ ਦੇ ਪੀਣ ਦੇ ਲਈ ਉਹ ਇੱਕ ਬਹੁਤ ਵਧੀਆ ਚੀਜ਼ ਆ। ਤੇ ਹੁਣ ਜਿਹੜੇ ਫਾਰਮਰਸ ਆ, ਜਦੋਂ ਮੀਂਹ ਪੈਂਦਾ ਆ, ਬਾਰਿਸ਼ ਹੁੰਦੀ ਆ ਤੇ ਉਹ ਜਿਹੜੀ ਬਾਰਿਸ਼ ਹੁੰਦੀ ਆ ਉਹਦੇ ਵਿੱਚ ਇਹ ਫਾਰਮੂਲੇਸ਼ਨ ਹੁੰਦਾ ਆ। ਇਹ ਇੱਕ ਰੀਜ਼ਨ ਆ ਕਿ ਮੀਂਹ ਤੋਂ ਬਾਅਦ ਜਿੱਦਾਂ ਘਾਹ ਫੂਸ ਜਿਹੜਾ ਹੁੰਦਾ ਬਹੁਤ ਉੱਗਦਾ ਹੁੰਦਾ ਆ, ਜਾਂ ਆਪਣੀਆਂ ਫਸਲਾਂ ਜਿਹੜੀਆਂ ਉਹਨੂੰ ਨਿਊਟ੍ਰੀਸ਼ਨ ਮੀਂਹ ਦੇ ਪਾਣੀ ਰਾਹੀਂ ਬਹੁਤ ਜ਼ਿਆਦਾ ਮਿਲਦਾ ਆ। ਇਹ ਜਿਹੜਾ ਫਾਰਮੂਲੇਸ਼ਨ ਆ ਇਹ ਕੁਦਰਤੀ ਤੌਰ ਤੇ ਪਰਮਾਤਮਾ ਵੱਲੋਂ ਆਪਣੇ ਜਦੋਂ ਮੀਂਹ ਵਰਸਦਾ ਆ ਉਹ ਪਾਣੀ ਵਿੱਚ ਇਹ ਹੁੰਦਾ ਆ, ਜੋ ਕਿ ਕਿਸਾਨਾਂ ਦੀ ਫਸਲ ਦੇ ਲਈ ਬਹੁਤ ਜ਼ਿਆਦਾ ਲਾਭਦਾਇਕ ਆ। ਸੋ ਇਹ ਫਾਰਮੂਲੇਸ਼ਨ ਇੱਕ ਮਾਂ ਦੇ ਦੁੱਧ ਵਿੱਚ ਵੀ ਮਿਲਦਾ ਆ, ਇਹ ਹਿਮਾਲਿਆਸ ਦੇ ਪਾਣੀ ਵਿੱਚ ਵੀ ਮਿਲਦਾ ਆ, ਜਿਹੜਾ ਹਨਜ਼ਾ ਏਰੀਆ ਉਹਦੇ ਵਿੱਚ। ਤੇ ਇਹ ਜਿਹੜਾ ਆ ਜਿਹੜੀ ਕਿਸਾਨਾਂ ਦੇ ਲਈ ਕਿਸਾਨਾਂ ਦੇ ਫਸਲ ਦੇ ਲਈ ਇੱਕ ਮਾਂ ਦੇ ਦੁੱਧ ਦਾ ਕੰਮ ਕਰਦਾ ਆ। ਇਹੀ ਪਾਣੀ ਜਿਹੜਾ ਹੁਣ ਮੈਂ ਤੁਹਾਨੂੰ ਦੱਸਿਆ ਫਾਰਮੂਲੇਸ਼ਨ ਦੱਸਿਆ ਆ, ਜੇ ਤੁਹਾਡੇ ਕਿਸੇ ਪੈਟ ਵਿੱਚ ਫੀਲਾਈਨ ਲਿਊਕੀਮੀਆ ਹੈਗਾ ਆ, ਲਿਊਕੀਮੀਆ ਜਿਹੜਾ ਬਲੱਡ ਦਾ ਕੈਂਸਰ ਹੁੰਦਾ ਆ, ਫੀਲਾਈਨ ਲੂਕੀਮੀਆ ਹੁੰਦਾ ਆ, ਇਹ ਜੇ ਤੁਸੀਂ ਪਾਣੀ ਪਿਲਾਓਗੇ ਤੇ ਤੁਹਾਡਾ ਜਿਹੜਾ ਪੈਟ ਆ ਜਾਂ ਜਾਨਵਰ ਘਰ ਦਾ ਉਹਦਾ ਜਿਹੜਾ ਉਹ ਕੈਂਸਰ ਉਹ ਵੀ ਦੂਰ ਹੋ ਸਕਦਾ ਆ। ਸੋ ਇਹ ਜਿਹੜੀ ਮੇਰੀ ਵੀਡੀਓ ਆ ਤੁਹਾਨੂੰ ਪੂਰੀ ਪਰਮਿਸ਼ਨ ਆ, ਤੁਸੀਂ ਜੇ ਤੁਹਾਨੂੰ ਮੇਰੀ ਆਵਾਜ਼ ਪਹੁੰਚ ਰਹੀ ਆ ਤੇ ਤੁਸੀਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅੱਗੇ ਤੋਂ ਅੱਗੇ। ਇਹ ਇੱਕ ਕਲੂ ਹੀ ਸਮਝ ਲਓ, ਜੇ ਤੁਹਾਨੂੰ ਮੇਰੀ ਭਾਸ਼ਾ ਸਮਝ ਆ ਰਹੀ ਹੈ ਇੱਕ ਕਲੂ ਹੀ ਸਮਝ ਲਵੋ ਕਿ ਇਹਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ। ਤੇ ਇਹ ਜਿਹੜੀ ਵੀਡੀਓ ਆ ਇਹਨੂੰ ਕਾਫੀ ਬੈਕਲੈਸ਼ ਵੀ ਮਿਲਣੀ ਆ ਐਂਡ ਆਈ ਵੈਲਕਮ ਇਟ। ਬੈਕਲੈਸ਼ ਮਿਲਣੀ ਆ ਕਿ ਜੀ ਇਹਦੀ ਕੋਈ ਸਾਇੰਟੀਫਿਕ ਇਹ ਨਹੀਂ ਹੈਗੀ, ਇਹਦੀ ਕੋਈ ਸਾਇੰਟੀਫਿਕ ਉਹ ਨਹੀਂ ਹੈਗੀ। ਤੇ ਮੈਂ ਇਹ ਸ਼ੇਅਰ ਕਰਨਾ ਚਾਹੂੰਗੀ ਕਿ ਜਿਹੜੀਆਂ ਇਸ ਟਾਈਮ ਵੈਕਸੀਨ ਆ ਉਹ ਸਾਰੀਆਂ ਐਕਸਪੈਰੀਮੈਂਟਲ ਆ। ਓਕੇ, ਅਜੇ ਏਡਸ ਦੀ ਕੋਈ ਵੈਕਸੀਨ ਨਹੀਂ ਮਿਲੀ ਤੇ ਉਹਨੂੰ ਕਈ ਦਹਾਕੇ ਹੋ ਗਏ ਆ। ਮੀਨਸ ਲਾਈਕ ਮੇਰੇ ਫਾਦਰ ਸਾਹਿਬ ਦੇ ਟਾਈਮ ਤੋਂ ਪਹਿਲਾਂ ਦੀਆਂ ਉਹ ਰਿਸਰਚਾਂ ਚੱਲ ਰਹੀਆਂ ਆ, ਏਡਸ ਦੀ ਅਜੇ ਤੱਕ ਕੋਈ ਦਵਾ ਨਹੀਂ ਮਿਲੀ। ਓਕੇ, ਸੋ ਅਜੇ ਕੈਂਸਰ ਦਾ ਕੋਈ ਟੀਕਾ ਨਹੀਂ ਬਣਿਆ ਹੈਗਾ। ਓਕੇ, ਸੋ ਕੈਂਸਰ ਦੀ ਰਿਸਰਚ ਲਾਈਕ ਸਿਰਫ ਅਮਰੀਕਾ ਵਿੱਚ ਕੱਲਾ ਲਾਈਕ ਪਿੰਕ ਕੱਪ ਵਿਕਦੇ ਆ, ਪਿੰਕ ਜਿੱਦਾਂ ਕੱਪੜੇ ਵਿਕਦੇ ਆ, ਕਿ ਉਹ ਰਿਸਰਚ ਨੂੰ ਡਿਵੈਲਪ ਕਰਨ ਲਈ, ਰਿਸਰਚ ਨੂੰ ਹੋਰ ਸਪੋਰਟ ਕਰਨ ਦੇ ਲਈ, ਉਹਨਾਂ ਦਾ ਪੈਸਾ ਬਣਾਉਣ ਦੇ ਲਈ। ਪਰ ਅਜੇ ਤੱਕ ਇੰਨੇ ਬਿਲੀਅਨਸ ਡਾਲਰ ਹੋ ਕੇ ਵੀ ਜਿਹੜੇ ਕਲੈਕਟ ਕੀਤੇ ਜਾਂਦੇ ਆ ਸਾਡੇ ਤੋਂ, ਅਜੇ ਤੱਕ ਕੋਈ ਉਹਦੀ ਵੈਕਸੀਨ ਨਹੀਂ ਬਣੀ ਹੈਗੀ। ਐਂਡ ਉਹ ਚੀਜ਼ਾਂ ਹੈਗੀਆਂ ਜਿਨ੍ਹਾਂ ਦੀ ਜਿਹੜੀ ਰਿਸਰਚ ਆ ਉਹ ਸਾਡੇ ਬਾਬੇ ਦਾਦਿਆਂ ਦੇ ਟਾਈਮ ਤੋਂ ਸਟਾਰਟ ਹੋਈ ਹੈ। ਓਕੇ, ਸੋ ਇਹਦੀ ਜਿਹੜੀ ਡਰੱਗ ਆ ਇਹ ਐਕਸਪੈਰੀਮੈਂਟਲ ਆ ਐਂਡ ਇਹਦੇ ਵੀ ਸਾਈਡ ਇਫੈਕਟਸ ਬਹੁਤ ਜ਼ਿਆਦਾ ਆ। ਅਮਰੀਕਾ ਵਿੱਚ ਕਈ ਲੋਕਾਂ ਦੇ ਪੈਰਾਲਾਈਜ਼ ਹੋ ਚੁੱਕੇ ਆ, ਮੀਨਸ ਲਾਈਕ ਮੋਢੇ ਤੱਕ ਇਹ ਮੂਵਮੈਂਟ ਆ, ਪੂਰੀ ਬਾਡੀ ਵਿੱਚ ਜਿਹੜੀ ਮੂਵਮੈਂਟ ਆ ਉਹ ਰਹੀ ਨਹੀਂ।
ਓਕੇ। ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਗਈਆਂ ਆ ਕਿ ਉਹ ਇਸ ਜਿਹੜੀ ਦਵਾਈ ਆ ਉਹਦਾ ਸਾਈਡ ਇਫੈਕਟ ਸਹਾਰ ਨਹੀਂ ਸਕੇ। ਓਕੇ, ਸੋ ਇਹ ਵੀ ਇੱਕ ਬਹੁਤ ਵੱਡਾ ਰਿਸਕ ਆ, ਇਹ ਵੀ ਇੱਕ ਐਕਸਪੈਰੀਮੈਂਟਲ ਡਰੱਗ ਆ। ਓਕੇ, ਐਂਡ ਨੰਬਰ 2, ਅੱਜ ਆਕਸੀਜਨ ਨਹੀਂ ਹੈਗੀ ਲੋਕਾਂ ਕੋਲ, ਰਾਈਟ, ਐਂਡ ਵੈਂਟੀਲੇਟਰਸ ਨਹੀਂ ਹੈਗੇ, ਬੈੱਡਸ ਨਹੀਂ ਹੈਗੇ। ਸੋ ਚੋਇਸ ਕੀ ਹੈਗੀ ਆ, ਰਾਈਟ, ਕਿ ਤੁਸੀਂ ਆਪਣੇ ਘਰਦਿਆਂ ਨੂੰ ਤੜਫਦੇ ਦੇਖਣਾ ਆ, ਜਾਂ ਤੁਸੀਂ ਜਿਹੜੇ ਇਨਸਾਨ ਉਸ ਟਾਈਮ 'ਤੇ ਡੈਸਪਰੇਟ ਹੁੰਦਾ ਆ ਕਿ ਮੈਂ ਆਪਣੇ ਘਰਦਿਆਂ ਦੀ ਜਾਨ ਕਿੱਦਾਂ ਬਚਾਵਾਂ। ਸੋ ਈਵਨ ਦੋ ਇਸ ਵੀਡੀਓ ਨੂੰ ਕਾਫੀ ਬੈਕਲੈਸ਼ ਮਿਲਣੀ ਆ ਕਿ ਇਹ ਐਕਸਪੈਰੀਮੈਂਟਲ ਇਹ ਇੱਦਾਂ ਉੱਦਾਂ ਜੋ ਵੀ ਹੈ, ਰਾਈਟ। ਗੱਲ ਹੈਗੀ ਆ ਕਿ ਬਹੁਤ ਸਾਰੀਆਂ ਬਿਮਾਰੀਆਂ ਆ, ਰਾਈਟ, ਜਿਹਦੀਆਂ ਰੈਮਡੀਜ਼ ਉਹ ਲਾਈਕ $10 ਤੋਂ ਘੱਟ ਆ। ਓਕੇ, ਸੋ ਬਹੁਤ ਸਾਰੀਆਂ ਬਿਮਾਰੀਆਂ ਹੈਗੀਆਂ ਜਿਨ੍ਹਾਂ ਦਾ ਸੋਲਿਊਸ਼ਨ ਜਿਹੜਾ ਆ ਉਹ $10 ਤੋਂ ਘੱਟ ਆ, ਪਰ ਉਹਦੇ ਵਿੱਚ ਕੋਈ ਪੈਸਾ ਨਹੀਂ ਬਣਦਾ। ਵੈਕਸੀਨ ਵਾਲੇ ਜਿਹੜੇ ਆ ਉਹ ਕੋਈ ਫ੍ਰੀ ਦੀ ਸਰਵਿਸ ਨਹੀਂ ਕਰ ਰਹੇ ਹੈਗੇ। ਵੈਕਸੀਨ ਵਾਲੇ ਜਿਹੜੇ ਇਹਨਾਂ ਕੰਪਨੀਆਂ ਦੇ ਮਾਲਕ ਆ, ਉਹਨਾਂ ਦੇ ਅਗਲੀਆਂ 70,000 ਜਿਹੜੀਆਂ ਪੁਸ਼ਤਾਂ ਆ ਉਹ ਸਾਰੀਆਂ ਬਿਲੀਅਨੇਅਰਸ, ਮਲਟੀ ਬਿਲੀਅਨੇਅਰਸ ਪੈਦਾ ਹੋਣਗੀਆਂ ਜਿਨ੍ਹਾਂ ਨੂੰ ਆਪਣੇ ਕਦੇ ਲਾਈਫ ਵਿੱਚ ਕੰਮ ਕਰਨ ਦੀ ਲੋੜ ਨਹੀਂ ਹੈਗੀ। ਓਕੇ, ਸੋ ਇਹ ਇੱਕ ਪ੍ਰੋਫਿਟ ਆ। ਜਿਹੜੀ ਆਹ ਚੀਜ਼ ਮੈਂ ਤੁਹਾਨੂੰ ਦੱਸੀ ਇਹਦੇ ਵਿੱਚ ਕੋਈ ਪ੍ਰੋਫਿਟ ਨਹੀਂ ਹੈਗਾ, ਇਸ ਲਈ ਇਹਨੂੰ ਕੋਈ ਵਧਾ ਚੜਾ ਕੇ ਤੁਹਾਨੂੰ ਦੱਸੂਗਾ ਨਹੀਂ। ਓਕੇ, ਅਗਲਿਆਂ ਨੇ ਉਹੀ ਤੁਹਾਨੂੰ ਦੱਸਣਾ ਆ ਜਿਹਦੇ ਵਿੱਚ ਪ੍ਰੋਫਿਟ, ਉਹ ਜਿਹੜੇ ਮੌਤ ਆ ਉਹ ਵੀ ਇੱਕ ਪ੍ਰੋਫਿਟ ਆ। ਅੱਜ ਜੇ ਪ੍ਰੋਫਿਟ ਨਾ ਹੁੰਦਾ ਤੇ ਬਲੈਕ ਮਾਰਕੀਟ ਨਾ ਹੁੰਦੀ ਇਸ ਟਾਈਮ 'ਤੇ। ਸੋ ਜੋ ਕਿ ਇੰਡੀਆ ਵਿੱਚ ਵੀ ਚੱਲ ਰਹੀ ਹੈ ਜਾਂ ਬਾਹਰ ਵੀ ਕਾਫੀ ਚੱਲ ਰਹੀ ਆ। ਸੋ ਬਲੈਕ ਮਾਰਕੀਟ ਆਪਣੀ ਮਾਰਕੀਟ ਹੁੰਦੀ ਆ, ਆਪਣੇ ਵਿੱਚ ਹੀ ਉਹ ਇੱਕ ਮਾਰਕੀਟ ਹੁੰਦੀ ਆ ਜਿਹਨੂੰ ਲਾਈਕ ਮੇਰੇ ਵਰਗਿਆਂ ਨੂੰ ਪਤਾ ਨਹੀਂ ਹੁੰਦਾ। ਸੋ ਲਾਈਕ ਆਈ ਸੈਡ, ਇਹ ਜਿਹੜੀ ਰੈਮਡੀ ਆ ਇਹਦੇ ਵਿੱਚ ਕੋਈ ਫਾਈਨੈਂਸ਼ੀਅਲ ਗੇਨ ਕਿਸੇ ਵੀ ਕੰਪਨੀ ਦਾ ਨਹੀਂ ਹੋਊਗਾ, ਇਸ ਲਈ ਇਹ ਚੀਜ਼ ਡਾਕਟਰਾਂ ਨੂੰ ਵੀ ਸਿਖਾਈ ਨਹੀਂ ਜਾਂਦੀ ਹੈਗੀ। ਓਕੇ, ਡਾਕਟਰ ਜਿਹੜੇ ਅੱਜ ਕੱਲ੍ਹ, ਜੀ ਮੇਰਾ ਸਿਰ ਦੁਖਦਾ, ਓਕੇ ਜੀ ਆਹ ਉਹੀ ਗੋਲੀ ਲੈ ਲਓ, ਜੀ ਮੇਰੀ ਦਾੜ ਦੁਖਦੀ ਉਹੀ ਗੋਲੀ ਲੈ ਲਓ, ਜੀ ਮੇਰਾ ਪੇਟ ਦੁਖਦਾ ਉਹੀ ਗੋਲੀ ਲੈ ਲਓ, ਜੀ ਮੇਰੀ ਲੱਤ ਦੁਖਦੀ ਉਹੀ ਗੋਲੀ ਲੈ ਲਓ, ਰਾਈਟ। ਜਿਹੜੇ ਡਾਕਟਰ ਆ ਉਹਨਾਂ ਦੀ ਟ੍ਰੇਨਿੰਗ, ਜਿਹੜੇ ਮੇਨ ਸਟਰੀਮ ਡਾਕਟਰ ਆ ਉਹਨਾਂ ਦੀ ਟ੍ਰੇਨਿੰਗ ਜਿਹੜੀ ਆ ਉਹ ਹੈਗੀ ਪ੍ਰਸਕ੍ਰਿਪਸ਼ਨ ਲਿਖਣ ਵਿੱਚ। ਉਹਨਾਂ ਦੀ ਟ੍ਰੇਨਿੰਗ ਇਹ ਨਹੀਂ ਹੈਗੀ ਕਿ ਤੁਹਾਨੂੰ ਠੀਕ ਕਰਨਾ ਹੈ। ਓਕੇ, ਜੇ ਤੁਹਾਡਾ ਸਿਰ ਦੁਖਦਾ ਹੈ ਉਹਨਾਂ ਨੇ ਤੁਹਾਨੂੰ ਦਵਾ ਦੇਣੀ ਕਿ ਚੁੱਕੋ ਉਹੀ ਦਵਾ, ਰਾਈਟ। ਜੇ ਤੁਹਾਡੀ ਕੂਹਣੀ ਦੁਖਦੀ ਚੁੱਕੋ ਉਹੀ ਦਵਾ, ਜੇ ਤੁਹਾਡਾ ਢਿੱਡ ਦੁਖਦਾ ਚੁੱਕੋ ਉਹੀ ਦਵਾ, ਰਾਈਟ। ਸੋ ਉਹਨਾਂ ਨੇ ਇਹ ਚੀਜ਼ ਨਹੀਂ ਕਰਨੀ ਹੈਗੀ। ਲਾਈਕ ਜਿੱਦਾਂ ਹੁਣ ਤੁਹਾਡੀ ਕਾਰ ਦੇ ਇੰਜਣ ਵਿੱਚੋਂ ਕੋਈ ਫਲੂਇਡ ਲੀਕ ਹੋ ਰਿਹਾ ਆ, ਰਾਈਟ, ਤੇ ਡਾਕਟਰ ਜਿਹੜਾ ਕਾਰ ਦਾ ਡਾਕਟਰ ਆ ਉਹ ਹੁੱਡ ਚੁੱਕਦਾ ਆ ਤੇ ਉਹ ਲੀਕ ਤੇ ਬੈਂਡੇਡ ਲਾ ਦਿੰਦਾ ਆ, ਠੀਕ ਆ। ਉਹ ਲੀਕ ਕੱਲ੍ਹ ਨੂੰ ਵੀ ਹੈਗੀ ਆ, ਫਿਰ ਕੱਲ੍ਹ ਨੂੰ ਤੁਸੀਂ ਫਿਰ ਬੈਂਡੇਡ ਲਾ ਦਿੰਦੇ ਆ। ਉਹ ਲੀਕ ਪਰਸੋਂ ਵੀ ਹੈਗੀ ਆ, ਉਹ ਤੁਸੀਂ ਫਿਰ ਉੱਤੇ ਬੈਂਡੇਡ ਲਾ ਦਿੰਦੇ ਆ। ਇਹਦਾ ਮਤਲਬ ਇਹ ਤਾਂ ਨਹੀਂ ਕਿ ਡਾਕਟਰ ਨੇ ਤੁਹਾਨੂੰ ਕਿਉਰ ਕੀਤਾ ਆ। ਡਾਕਟਰ ਨੇ ਬਿਜ਼ਨਸ ਬਣਾਇਆ ਆ ਕਿ ਇਹਦੇ ਲਈ ਇੱਕ ਪ੍ਰਾਇਮਰੀ ਕੇਅਰ ਦੇ ਲਈ, ਰਾਈਟ, ਜਿਹਨੂੰ ਜਨਰਲ ਪ੍ਰੈਕਟੀਸ਼ਨਰ ਵੀ ਕਹਿ ਦਿੰਦੇ ਆ ਕਈ ਕੰਟਰੀਆਂ ਵਿੱਚ। ਅਤੇ ਜੇ ਤੁਹਾਡੇ 'ਤੇ ਐਕਸਪੈਰੀਮੈਂਟ ਇੱਦਾਂ ਨਹੀਂ ਹੋਊਗਾ ਤਾਂ ਫਿਰ ਡਾਕਟਰ ਦੀ ਪੇਮੈਂਟ ਕਿੱਥੋਂ ਆਉਣੀ ਹੈ, ਫਿਰ ਨਰਸਾਂ ਦੀ ਪੇਮੈਂਟ ਕਿੱਥੋਂ ਆਉਣੀ ਹੈ। ਓਕੇ, ਐਂਡ ਫਿਰ ਫਾਰਮੇਸੀ ਕਿੱਦਾਂ ਚੱਲੂਗੀ। ਕਿਸੇ ਵੀ ਜ਼ਿਪ ਕੋਡ ਤੁਸੀਂ ਜਾ ਕੇ ਦੇਖ ਲਓ, ਉੱਥੇ ਜਿੱਦਾਂ ਆਹ ਬਰਗਰ ਵਗੈਰਾ ਦੀਆਂ ਉਹ ਫਾਸਟ ਫੂਡ ਦੀਆਂ ਹੈਗੀਆਂ ਆ, ਉਹ ਤੋਂ ਜ਼ਿਆਦਾ ਹੀ ਫਾਰਮੇਸੀ ਹੋਊਗੀ, ਘੱਟ ਨਹੀਂ ਹੋਊਗੀ। ਸੋ ਜੇ ਤੁਸੀਂ ਇੰਡੀਆ ਵਿੱਚ ਆ, ਤੁਹਾਡਾ ਕੋਈ ਲਵਡ ਵਨ ਬਾਹਰ ਰਹਿ ਰਿਹਾ ਆ, ਕਿਸੇ ਬਾਹਰਲੇ ਦੇਸ਼ ਵਿੱਚ ਰਹਿ ਰਿਹਾ, ਤੁਸੀਂ ਉਹਨਾਂ ਦਾ ਜ਼ਿਪ ਕੋਡ ਪੁੱਛ ਕੇ ਦੇਖ ਲਿਓ। ਉਸ ਜ਼ਿਪ ਕੋਡ ਵਿੱਚ ਤੁਸੀਂ ਗੂਗਲ ਕਰਕੇ ਦੇਖ ਲਿਓ ਕਿੰਨੀਆਂ ਫਾਰਮੇਸੀਆਂ ਆ। ਉਹ ਫਾਰਮੇਸੀਆਂ ਉਹ ਕੋਈ ਗੁਰੂ ਮਹਾਰਾਜ ਦਾ ਲੰਗਰ ਨਹੀਂ ਹੈਗਾ, ਉਹ ਇੱਕ ਪ੍ਰੋਫਿਟ ਦੇ ਲਈ ਆ। ਓਕੇ, ਸੋ ਜਿੰਨਾ ਤੁਹਾਨੂੰ ਬਿਮਾਰ ਕੀਤਾ ਜਾਊਗਾ ਓਨਾ ਹੀ ਵਧੀਆ ਪ੍ਰੋਫਿਟ ਬਣਦਾ ਹੈ। ਸੋ ਤੁਹਾਨੂੰ ਠੀਕ ਕਰਨ ਵਿੱਚ ਕੋਈ ਪ੍ਰੋਫਿਟ ਨਹੀਂ ਹੈਗਾ, ਫਿਰ ਤੁਸੀਂ ਘਰ ਚਲੇ ਜਾਓਗੇ, ਰਾਈਟ। ਅਤੇ ਜੇ ਤੁਸੀਂ ਬਿਮਾਰ ਆ ਫਿਰ ਨਰਸਾਂ ਦਾ ਵੀ ਪ੍ਰੋਫਿਟ ਹੁੰਦਾ ਆ, ਡਾਕਟਰਾਂ ਦਾ ਵੀ ਪ੍ਰੋਫਿਟ ਹੁੰਦਾ, ਹਸਪਤਾਲ ਦਾ ਕਿੱਡਾ ਵੱਡਾ ਪ੍ਰੋਫਿਟ ਹੁੰਦਾ ਆ। ਫਾਰਮੇਸੀਆਂ ਦਾ ਉਹਨਾਂ ਦੇ ਨਾਲ ਕੰਟਰੈਕਟ ਹੁੰਦੇ ਆ, ਸੋ ਉਹਨਾਂ ਦੇ ਕਿੰਨੇ ਵੱਡੇ ਪ੍ਰੋਫਿਟ ਬਣਦੇ। ਤੁਸੀਂ ਸਮਝ ਰਹੇ ਮੇਰੀ ਗੱਲ। ਓਕੇ, ਮੈਂ ਇਹ ਉਹਨਾਂ ਡਾਕਟਰਾਂ ਦੀ ਗੱਲ ਨਹੀਂ ਕਰ ਰਹੀ ਜੋ ਐਮਰਜੈਂਸੀ ਵਿੱਚ ਤੁਹਾਡੀ ਹੈਲਪ ਕਰਦੇ ਆ। ਕੋਈ ਐਕਸੀਡੈਂਟ ਹੋ ਗਿਆ, ਉਹਨਾਂ ਮੈਂ ਡਾਕਟਰਾਂ ਦੀ ਗੱਲ ਨਹੀਂ ਕਰਦੀ। ਐਮਰਜੈਂਸੀ ਡਾਕਟਰ ਨੂੰ ਛੱਡ ਕੇ
ਮੈਂ ਬਾਕੀਆਂ ਦੀ ਗੱਲ ਕਰਦੀ ਹਾਂ ਕਿ ਬਿਜ਼ਨਸ ਕਿੱਦਾਂ ਬਣਾਏ ਜਾਂਦੇ ਆ। ਜਿਹੜੀ ਸਿਕਨੈਸ ਆ ਉਹ ਵੀ ਇੱਕ ਬਹੁਤ ਵੱਡਾ ਬਿਜ਼ਨਸ ਆ। ਹੁਣ ਜਿਹੜੀ ਕੀ ਕਹਿੰਦੇ ਆ, ਹੁਣ ਜਿਹੜੀ ਡਾਇਬੀਟੀਜ਼ ਆ ਜਾਂ ਸ਼ੂਗਰ ਆ ਉਹਨੂੰ 5 ਮਿੰਟ ਲੱਗਦੇ ਆ ਠੀਕ ਕਰਨ ਦੇ ਲਈ, ਪਰ ਡਾਕਟਰ ਕਦੇ ਇਹ ਨਹੀਂ ਦੱਸਣਗੇ। ਇੱਕ ਆਮ ਡਾਕਟਰ ਦੀ ਪ੍ਰੈਕਟਿਸ ਜਿਹੜੀ ਆ ਜਾਂ ਉਹਦੀ ਟ੍ਰੇਨਿੰਗ ਹੁੰਦੀ ਆ 11 ਸਾਲ। ਇੱਕ ਆਮ ਡਾਕਟਰ ਦੀ ਵੱਧ ਵੀ ਹੋ ਸਕਦੀ ਆ ਜੇ ਫੈਲੋਸ਼ਿਪ ਹੋ ਗਈ ਜਾਂ ਪੋਸਟ ਫੈਲੋਸ਼ਿਪ, ਇੱਦਾਂ ਕਈ ਬ੍ਰਾਂਚਸ ਹੁੰਦੀਆਂ ਆ। ਸੋ ਜਦੋਂ ਕੋਈ ਡਾਕਟਰ 11 ਸਾਲ ਜਾਂ ਉਹ ਤੋਂ ਵੱਧ ਸਕੂਲ ਜਾਂਦਾ ਆ ਜਾਂ ਆਪਣੇ ਪ੍ਰੋਗਰਾਮ ਵਿੱਚ ਜਾਂਦਾ ਆ, ਅਮਰੀਕਾ ਵਿੱਚ ਉਹਨੂੰ ਸਿਰਫ 24 ਘੰਟੇ ਨਿਊਟ੍ਰੀਸ਼ਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ। 24 ਘੰਟੇ 11 ਸਾਲ ਦੇ ਵਿੱਚ 24 ਘੰਟੇ ਕੀ ਚੀਜ਼ ਹੁੰਦੀ ਆ ਉਹ ਤਾਂ ਚੇਤੇ ਵੀ ਨਹੀਂ ਰਹਿੰਦੀ ਹੈਗੀ। ਸੋ ਨਿਊਟ੍ਰੀਸ਼ਨ ਵੱਲ ਉਹਨਾਂ ਦੀ ਟ੍ਰੇਨਿੰਗ ਬਿਲਕੁਲ ਨਹੀਂ ਹੁੰਦੀ, ਬਟ ਪ੍ਰਿਸਕ੍ਰਿਪਸ਼ਨ ਕਿੱਦਾਂ ਲਿਖਣੀ ਆ ਉਹਦੇ ਵਿੱਚ ਟ੍ਰੇਨਿੰਗ ਹੁੰਦੀ ਆ। ਸੋ ਜਦੋਂ ਇਹ ਡਾਕਟਰ ਬਣਦੇ ਆ ਇਹਨਾਂ ਕੋਲ ਫਿਰ ਜਿਹੜੀਆਂ ਵੱਡੀਆਂ ਦਵਾਈਆਂ ਵਾਲੇ ਜਿਹੜੇ ਹੁੰਦੇ ਆ ਉਹ ਆਉਂਦੇ ਆ, ਰਾਈਟ, ਉਹ ਆਉਂਦੇ ਆ। ਸੋ ਡਾਕਟਰ ਨੂੰ ਪੇਮੈਂਟ ਮਿਲਦੀ ਆ ਐਟ ਦ ਐਂਡ ਆਫ ਦ ਈਅਰ ਕਿ ਤੁਸੀਂ ਕਿੰਨੀਆਂ ਦਵਾਈਆਂ ਲਿਖੀਆਂ ਲੋਕਾਂ ਨੂੰ, ਉਹਦੇ ਆਧਾਰ 'ਤੇ ਉਹਨਾਂ ਨੂੰ ਗਿਫਟ ਮਿਲਦੇ ਆ ਜਾਂ ਉਹਨਾਂ ਨੂੰ ਰੀਇੰਬਰਸਮੈਂਟ ਇੱਦਾਂ ਕਹਿ ਲਓ, ਉਹ ਉਹਨਾਂ ਨੂੰ ਮਿਲਦੇ ਆ। ਓਕੇ, ਸੋ ਡਾਕਟਰੀ ਵੀ ਜਿਹੜਾ ਆ ਤੁਹਾਨੂੰ ਬਿਮਾਰ ਕਰਕੇ, ਜਿੰਨਾ ਤੁਹਾਨੂੰ ਬਿਮਾਰ ਕੀਤਾ ਜਾ ਸਕਦਾ ਆ ਉਹਦੇ ਆਧਾਰ 'ਤੇ ਪੈਸਾ ਬਣਦਾ ਆ। ਅਤੇ ਇਹਨਾਂ ਨੂੰ ਕੰਪਨੀਆਂ ਵੱਲੋਂ ਵੀ ਜਿਹੜਾ ਪੈਸਾ ਆ ਉਹ ਮਿਲਦਾ ਆ। ਜਿਹੜੀਆਂ ਡਰੱਗ ਕੰਪਨੀਜ਼ ਆ ਕਿ ਮੇਰੀ ਜਿਹੜੀ ਡਰੱਗ ਆ ਇੱਦਾਂ ਵੇਚ ਦਿਓ, ਜੇ ਕਿਸੇ ਦਾ ਸਿਰ ਦੁਖਦਾ ਵੇਚ ਦਿਓ, ਜੇ ਕਿਸੇ ਦਾ ਦਾੜ ਦੁਖਦੀ ਵੇਚ ਦਿਓ, ਜੇ ਕਿਸੇ ਦੇ ਲੱਤ ਦੁਖਦੀ ਉਹੀ ਵੇਚ ਦਿਓ। ਫਿਰ ਐਂਡ ਆਫ ਦਾ ਈਅਰ ਉਹਦਾ ਰਿਵਿਊ ਹੁੰਦਾ ਆ, ਉਹਦਾ ਆਡਿਟ ਹੁੰਦਾ ਆ ਡਾਕਟਰ ਦਾ। ਜਿੰਨੀ ਸਭ ਤੋਂ ਜ਼ਿਆਦਾ ਪੇਮੈਂਟ। ਸੋ ਜਿਹੜੇ ਫ੍ਰੀ ਹੈਲਥ ਕੇਅਰ ਆ ਉਹ ਵੀ ਕੋਈ ਫ੍ਰੀ ਨਹੀਂ ਹੁੰਦਾ, ਉੱਥੇ ਟੈਕਸ ਲੱਗਦਾ ਆ। ਉੱਥੇ ਹਰ ਇੱਕ ਚੀਜ਼ ਦਾ ਜ਼ਿਆਦਾ ਟੈਕਸ ਹੁੰਦਾ ਆ। ਸੋ ਉੱਥੇ ਜਿਹੜੇ ਚੀਜ਼ ਹੋ ਗਿਆ ਜਾਂ ਡੇਅਰੀ ਹੋ ਗਈ, ਸੋ ਕੋਈ ਵੀ ਫ੍ਰੀ ਸੇਵਾ, ਕੋਈ ਵੀ ਕੰਟਰੀ ਫ੍ਰੀ ਸੇਵਾ ਨਹੀਂ ਕਰਦੀ ਹੈਗੀ। ਉਹ ਟੈਕਸ ਵਿੱਚੋਂ ਜੇ ਲਾਈਕ ਫॉर ਐਗਜ਼ਾਮਪਲ ਜੇ ਤੁਸੀਂ $1,00,000 ਕਮਾਉਂਦੇ ਆ, ਤੁਸੀਂ 50,000 ਟੈਕਸ ਵਿੱਚ ਦਿੰਦੇ ਆ, ਅਤੇ ਉਹ ਫ੍ਰੀ ਕਿੱਦਾਂ ਹੋ ਗਈ, ਰਾਈਟ। ਕੋਈ ਵੀ ਫ੍ਰੀ ਹੈਂਡ ਨਹੀਂ ਤੁਹਾਨੂੰ ਦਿੰਦਾ ਹੈਗਾ। ਉਹ ਜਾਂ ਦੁੱਧ ਦੀਆਂ ਪ੍ਰਾਈਸਾਂ ਵਧਾ ਕੇ ਜਾਂ ਚੀਜ਼ ਦੀਆਂ ਪ੍ਰਾਈਸਾਂ ਵਧਾ ਕੇ ਜਾਂ ਪੈਟਰੋਲ ਦੀਆਂ ਪ੍ਰਾਈਸਾਂ ਵਧਾ ਕੇ ਇੱਦਾਂ ਉਹ ਵਾਪਸ ਹੜਪਿਆ ਜਾਂਦਾ ਆ। ਅਤੇ ਕੋਈ ਫ੍ਰੀ ਸਰਵਿਸ ਨਹੀਂ ਹੁੰਦੀ ਹੈਗੀ। ਕੋਈ ਐਡਾ ਵੱਡਾ ਰਾਜਾ ਨਹੀਂ ਬੈਠਾ ਹੈਗਾ ਕਿ ਐਡਾ ਵੱਡਾ ਦਿਲ ਖੋਲ ਕੇ ਕਿ ਲਾਈਕ ਫ੍ਰੀ ਸੇਵਾ ਆ when it comes to health care। ਸੋ ਇਸ ਟਾਈਮ ਜਿਹੜੇ ਆ ਇੰਡੀਅਨਸ ਜਿਹੜੇ ਡਾਕਟਰ ਆ ਜਾਂ ਸਾਇੰਟਿਸਟ ਉਹ ਕੰਪਨੀਆਂ ਨਾਲ ਕੰਮ ਕਰ ਰਹੇ ਆ ਕਿ ਪ੍ਰੋਫਿਟ ਕਿੱਦਾਂ ਵਧਾਇਆ ਜਾਵੇ। ਸੋ ਪ੍ਰੋਫਿਟ ਜਿਹੜਾ ਹੈ ਉਹ ਕਿੱਦਾਂ ਵਧਾਇਆ ਜਾਵੇ, ਕਿਉਂਕਿ ਜਿੱਦਾਂ ਫॉर ਐਗਜ਼ਾਮਪਲ ਜਿਹੜੇ ਇੰਡੀਅਨਸ ਹੁੰਦੇ ਆ, ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੁੰਦੀ ਆ, ਰਾਈਟ। ਸੋ ਜਿੱਥੇ ਜ਼ਿਆਦਾ ਪਾਪੂਲੇਸ਼ਨ ਹੁੰਦੀ ਆ ਅਤੇ ਜਦੋਂ ਦਵਾਈਆਂ ਆਪਾਂ ਭੇਜਦੇ ਹਾਂ ਉੱਧਰ, ਰਾਈਟ, ਸੋ ਉਹਨਾਂ ਦਾ ਪ੍ਰੋਫਿਟ ਜ਼ਿਆਦਾ ਬਣਦਾ ਆ। ਸੋ ਜ਼ਿਆਦਾ ਲੋਕ ਹੈਗੇ ਆ, ਜਿੰਨੇ ਜ਼ਿਆਦਾ ਬਿਮਾਰ ਹੋਣਗੇ ਉਨੀਆਂ ਜ਼ਿਆਦੀਆਂ ਦਵਾਈਆਂ ਵਿਕਣਗੀਆਂ, ਉਹਨਾਂ ਜ਼ਿਆਦਾ ਇਹ ਕੰਪਨੀ ਦਾ ਜਿਹੜਾ ਆ ਉਹ ਪ੍ਰੋਫਿਟ ਬਣਨਗੇ। ਸੋ ਇਸ ਟਾਈਮ ਪਲੈਨਿੰਗ ਜਿਹੜੀ ਆ ਇਹ ਹੋ ਰਹੀ ਆ ਕਿ ਲਾਈਕ ਹਰ 200 ਬੰਦੇ ਪਿੱਛੇ ਪਲੈਨਿੰਗ ਇਹ ਹੋ ਰਹੀ ਸੀ ਕਿ ਹਰ 200 ਬੰਦੇ ਪਿੱਛੇ ਇੱਕ ਡਾਕਟਰ ਹੋਣਾ ਚਾਹੀਦਾ ਆ। ਮੀਨਸ ਇੰਨੇ ਜ਼ਿਆਦਾ ਬਿਮਾਰ ਲੋਕ ਕਰੋ ਤੁਸੀਂ ਕਿ ਹਰ ਇੱਕ 200 ਬੰਦੇ ਪਿੱਛੇ ਇੱਕ ਹੋਣਾ ਚਾਹੀਦਾ। ਬਟ ਇਸ ਕੋਵਿਡ ਦੇ ਕਰਕੇ ਆਈ ਥਿੰਕ ਰੇਸ਼ੋ ਜਿਹੜਾ 1:1 ਹੈਗਾ ਆਲਮੋਸਟ। ਸੋ ਇਹ ਚੀਜ਼ਾਂ ਹੋ ਰਹੀਆਂ ਆ, ਜਦ ਕਿ ਸਾਡੇ ਜਿਹੜਾ ਇੰਡੀਆ ਦੀਆਂ ਦਵਾਈਆਂ ਹੁੰਦੀਆਂ ਸੀ, ਜਿਹੜਾ ਸਾਡਾ ਰਹਿਣ ਸਹਿਣ ਹੁੰਦਾ ਸੀਗਾ, ਉਹ ਇਸ ਚੀਜ਼ ਨੂੰ ਟਾਰਗੇਟ ਕਰਦਾ ਹੈਗਾ ਕਿ ਹਰ 2000 ਲੋਕਾਂ ਪਿੱਛੇ ਇੱਕ ਡਾਕਟਰ ਦੀ ਲੋੜ ਪੈਂਦੀ ਹੁੰਦੀ ਸੀਗੀ। ਸੋ ਹੁਣ ਜਿਹੜੇ ਇੰਡੀਅਨ ਡਾਕਟਰ ਆ ਉਹਨਾਂ ਨੂੰ ਵੀ ਟ੍ਰੇਨ ਕੀਤਾ ਗਿਆ ਆ ਕਿ ਜੀ ਇਹ ਰੂਰਲ ਏਰੀਆ ਆ, ਇੱਥੇ ਕੋਈ ਡਾਕਟਰ ਨਹੀਂ ਹੈਗਾ, ਇੱਥੇ ਡਾਕਟਰ ਹੋਣੇ ਚਾਹੀਦੇ। ਜਿੰਨੇ ਜ਼ਿਆਦਾ ਡਾਕਟਰਾਂ ਦੀ ਪ੍ਰੋਡਕਸ਼ਨ ਵਧਾ ਦਈਏ ਓਨਾ ਹੀ ਵਧੀਆ। ਵੈਲ, ਡਾਕਟਰਾਂ ਦੀ ਪ੍ਰੋਡਕਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਦੀ ਸਿਹਤ ਵਧੂਗੀ। ਡਾਕਟਰਾਂ ਦੀ ਪ੍ਰੋਡਕਸ਼ਨ ਵਧਾਉਣ ਦਾ ਕਾਰਨ ਇਹ ਆ ਕਿ ਲੋਕਾਂ ਲਈ ਦਵਾਈਆਂ ਵਧਣਗੀਆਂ ਅਤੇ ਘਰ ਘਰ ਵਿੱਚ ਦਵਾਈਆਂ ਆਉਣਗੀਆਂ ਅਤੇ ਲੋਕਾਂ ਦੇ ਪ੍ਰੋਫਿਟ ਹੋਣਗੇ। ਉਹਨਾਂ ਇੱਕ ਦਵਾਈ ਦੇ 1000 ਸਾਈਡ ਇਫੈਕਟ ਹੁੰਦੇ ਆ। ਸੋ ਤੁਹਾਡੀਆਂ ਅੱਖਾਂ 'ਤੇ ਅਸਰ ਪੈ ਸਕਦਾ, ਉਹਦੀ ਪੇਮੈਂਟ ਤੁਹਾਡੇ ਕੋਲ ਆ ਜਾਂਦੀ ਹੈ। ਤੁਹਾਨੂੰ ਹੌਸਪੀਟਲ ਸਟੇ ਕਰ ਸਕਦੇ ਆ, ਨਰਸਾਂ ਦੀ ਪੇਮੈਂਟ ਆ ਜਾਂਦੀ ਆ, ਹੌਸਪੀਟਲ 'ਤੇ ਬਿੱਲ ਬਣਦੇ ਆ, ਐਕਸਰੇ ਵਾਲਿਆਂ ਦੇ ਬਿੱਲ ਬਣਦੇ ਆ। ਸੋ ਇਹ ਚੀਜ਼ਾਂ ਆ।
ਓਕੇ। ਸੋ ਮੈਂ ਐਮਰਜੈਂਸੀ ਡਾਕਟਰਾਂ ਦੀ ਗੱਲ ਨਹੀਂ ਕਰਦੀ ਹੈਗੀ, ਮੈਂ ਜਿਹੜੇ ਰੈਗੂਲਰ ਜੋ ਹੋ ਰਿਹਾ ਆ ਇਸ ਟਾਈਮ ਅਮਰੀਕਾ ਵਿੱਚ ਜਿਹੜੇ ਇੰਡੀਅਨ ਇੰਜੀਨੀਅਰ ਆ ਉਹ ਇਹੋ ਜਿਹੇ ਫੂਡ ਬਣਾ ਰਹੇ ਆ ਕਿ ਜੋ ਜਿਹੜੇ ਪੈਟਸ ਹੁੰਦੇ ਆ ਕੈਟਸ ਐਂਡ ਡੌਗਸ ਉਹਨਾਂ ਨੂੰ ਕੈਂਸਰ ਹੋ ਜਾਵੇ ਜਾਂ ਇਹੋ ਜਿਹੀਆਂ ਚੀਜ਼ਾਂ ਹੋ ਜਾਵੇ, ਰਾਈਟ। ਆਈ ਪਰਸਨਲੀ ਟਾਕ ਟੂ ਸਮਵਨ ਐਂਡ ਉਹਨਾਂ ਨੇ ਮੈਨੂੰ ਕਿਹਾ ਕਿ ਈਵਨ ਦੋ ਸਾਡੇ ਐਥੀਕਲ ਤਾਂ ਨਹੀਂ ਹੈਗਾ, ਸਾਡਾ ਜ਼ਮੀਰ ਜਿਹੜਾ ਆ ਅਸੀਂ ਉਹਨੂੰ ਸਵਾਲੋ ਕਰਕੇ ਅਸੀਂ ਇਹ ਜਿਹੜੀਆਂ ਕਾਢਾਂ ਕੱਢ ਰਹੇ ਹਾਂ ਇਹਨਾਂ ਦੇ ਲਈ, ਗੋਰਿਆਂ ਦੇ ਲਈ। ਸੋ ਹੁਣ ਮੇਰੀ ਇੱਕ ਗੱਲ ਜਿਹੜੀ ਆ ਤੁਸੀਂ ਸੁਣੋ, ਜੇ ਤੁਸੀਂ ਤੰਦਰੁਸਤ ਹੁੰਦੇ ਆ, ਰਾਈਟ, ਇੱਕ ਡਾਕਟਰ ਦੀ ਪੈਨਸ਼ਨ ਜਾਂਦੀ ਆ, ਇੱਕ ਨਰਸ ਦੀ ਪੈਨਸ਼ਨ ਜਾਂਦੀ ਆ, ਇੱਕ ਫਾਰਮਾਸਿਸਟ ਦੀ ਪੈਨਸ਼ਨ ਜਾਂਦੀ ਆ। ਜੇ ਤੁਸੀਂ ਸਰੀਰ ਦੇ ਤੰਦਰੁਸਤ ਆ ਫਿਰ ਜਿਮ ਜਿਹੜੀ ਆ, ਜਿਮ ਜਿਹੜਾ ਬਿਜ਼ਨਸ ਆ ਉਹ ਡਿਸੋਲਵ ਹੋ ਜਾਂਦਾ ਆ, ਰਾਈਟ। ਜਿਮ ਕੌਣ ਜਾਊਗਾ? ਜਿਮ ਦੇ ਕੱਪੜਿਆਂ ਦਾ ਜਿਹੜਾ ਬਿਜ਼ਨਸ ਆ ਉਹ ਕੌਣ ਪਾਊਗਾ? ਓਕੇ। ਜੇ ਤੁਹਾਡੀਆਂ ਗੋਗੜਾ ਨਾ ਹੋਣ, ਰਾਈਟ, ਤੁਸੀਂ ਐਨ ਪੂਰੇ ਫਿੱਟ ਹੋਵੋ ਤੇ ਫਿਰ ਜਿਹੜੇ ਡੱਬੇ ਵਾਲੇ ਪਾਊਡਰ ਆ ਉਹ ਕੌਣ ਵੇਚੂਗਾ? ਉਹਨਾਂ ਦਾ ਬਿਜ਼ਨਸ ਬੰਦ ਹੋ ਜਾਣਾ ਹੈ, ਰਾਈਟ। ਜਿਹੜੇ ਨਿਊਟ੍ਰੀਸ਼ਨ ਜਿਹੜੇ ਆ ਕੇ ਦੱਸਦੇ ਆ ਕਿ ਇਹ ਖਾਓ ਉਹ ਖਾਓ, ਅੱਜ ਇਸ ਸਾਲ ਦਾ ਆਹ ਆ ਨਵਾਂ ਨਿਊਟ੍ਰੀਸ਼ਨ ਸਟਾਰਟ ਹੋਇਆ ਆ, ਮੈਗਜ਼ੀਨਾਂ ਤੇ ਉਹਨਾਂ ਨੂੰ ਪ੍ਰਫੁੱਲਿਤ ਕੀਤਾ ਜਾਂਦਾ ਆ ਤੇ ਅਸੀਂ ਜੀ ਉਹ ਚੀਜ਼ ਨੂੰ ਫਾਲੋ ਕਰਦੇ ਹਾਂ। ਅਗਲੇ ਸਾਲ ਕੋਈ ਹੋਰ ਆ ਜਾਂਦਾ ਆ ਇਹਨਾਂ ਦਾ ਕਿ ਆਹ ਡਾਈਟ ਚੱਲੂਗੀ ਇਹ ਉਹ, ਰਾਈਟ। ਸੋ ਜਿਹੜੇ ਨਿਊਟ੍ਰੀਸ਼ਨ ਵਾਲੇ ਆ ਉਹਨਾਂ ਦੇ ਆਪਣੇ ਰੱਟੇ ਲਗਾਏ ਹੁੰਦੇ, ਬਹੁਤ ਰੇਅਰ ਹੁੰਦਾ ਆ ਕਿ ਕੋਈ ਨਿਊਟ੍ਰੀਸ਼ਨਿਸਟ ਕੋਈ ਸੈਂਸ ਵਾਲੀ ਗੱਲ ਕਰਦਾ ਹੁੰਦਾ ਆ। ਜਿਹੜੇ ਨਿਊਟ੍ਰੀਸ਼ਨਿਸਟ ਹੈਗੇ ਆ ਉਹਨਾਂ ਦੇ ਵੀ ਆਪਣੇ ਰੱਟੇ ਲਗਾਏ ਹੁੰਦੇ ਆ ਐਂਡ ਅਸੀਂ ਕੀ ਕਰਦੇ, ਉਹਨਾਂ ਨੂੰ ਫਾਲੋ ਕਰਦੇ ਹਾਂ YouTube ਤੇ, ਉਹਨਾਂ ਦਾ ਰੈਵਨਿਊ ਆਪਾਂ ਬਣਾਉਂਦੇ ਆ, ਵਧਾਉਂਦੇ ਆ, ਰਾਈਟ। ਪਰ ਇਹ ਜ਼ਰੂਰੀ ਨਹੀਂ ਆ ਕਿ ਜੋ ਉਹਨਾਂ ਨੂੰ ਰੱਟੇ ਮਰਵਾਏ ਗਏ ਆ ਉਹ ਸਹੀ ਹੋਣ। ਇਹ ਵੀ ਹੋ ਸਕਦਾ ਉਹਦੇ ਰੱਟੇ ਇਸ ਲਈ ਹੋਣ ਕਿ ਉਹ ਤੁਹਾਨੂੰ ਰეკਮੈਂਡ ਕਰਨ, ਫਲਾਨੀ ਚੀਜ਼ ਲੈ ਲਓ ਹੁਣ, ਐਂਡ ਉਹ ਐਕਸਪੈਂਸਿਵ ਹੋਵੇ, ਇਹ ਜ਼ਰੂਰੀ ਨਹੀਂ ਹੈ ਕਿ ਉਹ ਘਰ ਦੀ ਰੈਮੇਡੀ ਹੀ ਹੋਵੇ। ਐਂਡ ਇਹ ਵੀ ਜ਼ਰੂਰੀ ਨਹੀਂ ਹੈ ਕਿ ਉਹਦੇ ਵਿੱਚ ਜੇ ਤੁਸੀਂ ਕੋਈ ਬਹੁਤ ਮਸਲ ਵਾਲਾ ਦੇਖ ਲਿਆ ਕੋਈ ਬੰਦਾ ਜਾਂ ਕੋਈ ਲੜਕੀ ਜੋ YouTube ਤੇ ਆ ਜਾਂ Instagram ਤੇ ਆ, ਤੁਹਾਡੇ ਵਿੱਚੋਂ ਕਿੰਨੇ ਜਾਣੇ ਆ ਜੋ ਐਗਜ਼ੈਕਟ ਉਹੀ ਬਾਡੀ ਉਹਨਾਂ ਦਾ ਪ੍ਰੋਗਰਾਮ ਫਾਲੋ ਕਰਕੇ ਉਹੋ ਜਿਹੀ ਬਾਡੀ ਤੁਹਾਡੀ ਹੁੰਦੀ ਆ। ਜਿਹੜੇ ਨੁਕਤੇ ਹੁੰਦੇ ਬਹੁਤ ਸੁਖਾਵੇਂ ਹੁੰਦੇ ਆ, ਉਹ ਬਹੁਤ ਘਰੇਲੂ ਹੁੰਦੇ ਆ ਤੇ ਉਹ ਤੁਸੀਂ ਪ੍ਰੀਵੈਂਸ਼ਨ, ਰਾਈਟ, ਇੱਕ ਇਹੋ ਜਿਹੀ ਚੀਜ਼ ਆ ਜੇ ਤੁਸੀਂ ਪ੍ਰੀਵੈਂਟ ਕਰ ਸਕਦੇ ਆ ਕਿਸੇ ਬਾਅਦ ਵਿੱਚ ਟ੍ਰੀਟਮੈਂਟ ਲੈਣ ਤੋਂ ਪਹਿਲਾਂ, ਰਾਈਟ। ਉਹ ਚੀਜ਼ ਬੈਟਰ ਹੈ ਕਿ ਆਪਾਂ ਪ੍ਰੀਵੈਂਟ ਕਰੀਏ ਉਸ ਚੀਜ਼ ਨੂੰ ਤੇ ਘਰ ਦੇ ਨੁਸਖਿਆਂ ਦੇ ਨਾਲ ਹੀ ਪ੍ਰੀਵੈਂਟ ਕਰੀਏ। ਹੁਣ ਤੁਸੀਂ ਕਿਸੇ ਵੀ ਕਾਲਜ ਜਾਂਦੇ ਆ, ਲਾਈਕ ਉਹਨਾਂ ਦੇ ਕੋਈ ਪ੍ਰੋਗਰਾਮ ਹੁੰਦਾ ਆ, ਬਹੁਤ ਵੱਡੇ ਪ੍ਰੋਗਰਾਮ ਹੁੰਦੇ ਆ ਤੇ ਉਹਨਾਂ ਦੇ ਬਾਬੇ ਕੌਣ ਹੁੰਦੇ ਆ? ਕੌਣ ਡੋਨੇਟ ਉਹਨਾਂ ਨੂੰ ਕਰਦਾ ਆ? ਉਹਨਾਂ ਨੂੰ ਡੋਨੇਸ਼ਨ ਮਿਲਦੀ ਹੁੰਦੀ ਆ, ਰਾਈਟ। ਉਹ ਪੇ ਕਰਦੇ ਆ ਪ੍ਰੋਫੈਸਰਾਂ ਦੀ, ਉਹ ਡੋਨੇਸ਼ਨ ਜਿਹੜੀ ਆ ਉਹ ਪੇਮੈਂਟ ਵਰਕ ਕਰਦੀ ਆ, ਰਾਈਟ, ਸੈਲਰੀਆਂ ਪੇ ਕਰਨ ਦੀ। ਫੋਰ ਐਗਜ਼ਾਮਪਲ ਜੇ ਤੁਹਾਡਾ ਕੋਈ ਬੱਚਾ ਕਿਸੇ ਸਕੂਲ ਪੜ੍ਹਦਾ ਆ ਐਂਡ ਉੱਥੇ ਸੋਟੇ ਦੀਆਂ ਵੈਂਡਿੰਗ ਮਸ਼ੀਨਸ ਹੈਗੀਆਂ ਆ, ਇਹਦਾ ਮਤਲਬ ਹੈ ਕਿ ਉੱਥੇ ਕਿਤੇ ਨਾ ਕਿਤੇ ਕੰਟਰੀਬਿਊਸ਼ਨ ਜਿਹੜਾ ਆ ਸਕੂਲ ਦਾ ਤੇ ਉਹ ਸੋਡੇ ਵਾਲਿਆਂ ਦਾ ਕਿਤੇ ਨਾ ਕਿਤੇ ਤਾਲਮੇਲ ਜ਼ਰੂਰ ਹੈਗਾ ਆ। ਐਂਡ ਅਕਸਰ ਕੀ ਹੁੰਦਾ ਆ ਜਦੋਂ ਤੁਸੀਂ ਇਦਾਂ ਦੀਆਂ ਵੈਂਡਿੰਗ ਮਸ਼ੀਨਾਂ ਦੇਖ ਲੈਂਦੇ ਜਿੱਥੇ ਲਾਈਕ ਇਹੋ ਜਿਹੇ ਸੋਡੇ ਵਿਕਦੇ ਹੋਣ, ਇਹਦਾ ਮਤਲਬ ਉਹ ਹੁੰਦਾ ਹੈ ਕਿ ਜਿਹੜੇ ਰੀਅਲ ਡੈਡੀ ਆ ਨਾ ਉਹ ਸੋਡੇ ਵਾਲੇ ਹੁੰਦੇ ਆ, ਕਿਉਂਕਿ ਉਹ ਬਿਲੀਅਨੇਰ ਆ ਤੇ ਉਹ ਕੰਟਰੋਲ ਕਰਦੇ ਆ ਹਰ ਇੱਕ ਚੀਜ਼ ਨੂੰ। ਉਹਨਾਂ ਨੇ ਫਿਰ ਅੱਗੇ ਫੰਡਿੰਗ ਦਿੱਤੀ ਹੁੰਦੀ ਆ ਜੀ, ਅਸੀਂ ਇੰਨੇ ਮਿਲੀਅਨ ਦਾ ਅਸੀਂ ਆਹ ਪ੍ਰੋਗਰਾਮ ਸਟਾਰਟ ਕੀਤਾ ਆ, ਅਸੀਂ ਆਹ ਕੀਤਾ ਆ, ਉਹ ਕੀਤਾ ਆ। ਪਰ ਮੇਨ ਜਿਹੜੇ ਉਹ ਹੁੰਦੇ ਆ, ਅਸੀਂ ਸਾਰੇ ਪਪਟ ਹੁੰਦੇ ਆ ਜਿਹੜੇ ਥੱਲੇ ਨਾ, ਜੋ ਲਾਈਕ ਉੱਥੇ ਪਹੁੰਚਣ ਲਈ ਜਿਹੜਾ ਲਾਈਫ ਸਟਾਈਲ ਆ ਬਾਹਰ ਲਿਆਉਂਦਾ, ਲਾਈਕ ਸਵੇਰ ਨੂੰ ਉੱਠ ਕੇ ਭੱਜੋ, ਰਾਈਟ। ਸੋ ਇਹ ਪ੍ਰੋਗਰਾਮਿੰਗ ਸਾਨੂੰ ਕਿਤੇ ਨਾ ਕਿਤੇ ਜਿਹੜੇ ਇਹ ਉਹਨਾਂ ਤੋਂ ਹੀ ਮਿਲਦੀ ਆ। ਉਹ ਕਿ ਸਵੇਰ ਨੂੰ ਉੱਠ ਕੇ ਅਸੀਂ ਜਦੋਂ ਦੇਖਦੇ ਹਾਂ ਕਿ ਮੈਂ ਆਹ ਚੀਜ਼ ਲੈਣੀ ਆ ਜਾਂ ਮੈਂ ਉਹ ਚੀਜ਼ ਲੈਣੀ ਆ, ਇਹ ਸਾਡੀ ਪ੍ਰੋਗਰਾਮਿੰਗ ਆ, ਸਾਡੇ 'ਤੇ ਇਨਫਲੂਐਂਸ ਹੈ ਇਹਨਾਂ ਚੀਜ਼ਾਂ ਦਾ। ਜੇ ਤੁਸੀਂ ਕਹੋ ਕਿ ਇਨਫਲੂਐਂਸ ਦਾ ਮਤਲਬ ਕੀ, ਰਾਈਟ, ਇਨਫਲੂਐਂਸ ਦਾ ਮਤਲਬ ਕੀ, ਪ੍ਰੋਗਰਾਮਿੰਗ ਕਿਹਨੂੰ ਕਹਿੰਦੇ ਆ? ਫੋਰ ਐਗਜ਼ਾਮਪਲ ਆਹ ਆ, ਰਾਈਟ, ਇਹ ਕਿਹੜੇ ਰੰਗ ਦਾ ਆ? ਚਿੱਟੇ ਰੰਗ ਦਾ ਹੈ, ਰਾਈਟ। ਜੇ ਮੈਂ ਕਹਾਂ ਕਿ ਕਾਲੇ ਰੰਗ ਦਾ ਆ, ਤੁਹਾਡੇ ਬ੍ਰੇਨ ਦਾ ਵਿਸਫੋਟ ਹੋ ਜਾਣਾ, ਲਾਈਕ ਬੜੀ ਅਮੀਨ ਹੈ ਕਾਲੇ ਰੰਗ ਦਾ ਹੈ, ਰਾਈਟ। ਫਿਰ ਤੁਸੀਂ ਸੋਚੋ, ਤੁਹਾਨੂੰ ਕਿਸੇ ਨੇ ਪ੍ਰੋਗਰਾਮਿੰਗ ਕੀਤਾ ਨਾ ਹੈ, ਕੰਪਿਊਟਰ, ਕਿਸੇ ਨੇ ਇਹ ਕੰਪਿਊਟਰ ਨੂੰ ਪ੍ਰੋਗਰਾਮ ਕੀਤੀ ਆ ਕਿ ਜਦੋਂ ਤੁਸੀਂ ਆਹ ਕਲਰ ਦੇਖਦੇ ਆ ਤੁਹਾਡੇ ਮਨ ਵਿੱਚ ਕੀ ਆਏਗਾ? ਚਿੱਟਾ ਆਏਗਾ। ਪਰ ਉਹ ਜਦੋਂ ਤੁਸੀਂ ਜੰਮੇ ਸੀਗੇ
ਯੂ نو ਯੂ ਡੋਨਟ ਨੋ, ਕਿਸੇ ਨੇ ਉਹ ਡਰਿਲ ਕੀਤਾ ਫਾਰਮੂਲਾ। ਇਸ ਲਈ ਜੋ ਅਸੀਂ ਪਾਉਂਦੇ ਆ, ਖਾਂਦੇ ਆ, ਪੀਂਦੇ ਆ, ਜੋ ਸਾਡੇ ਡ੍ਰੀਮਸ ਆ ਵਗੈਰਾ ਵਗੈਰਾ, ਉਹਦਾ ਇਨਫਲੂਐਂਸ ਜਿਹੜਾ ਆ ਸਾਨੂੰ ਮਤਲਬ ਕਿ ਅਸੀਂ ਚੱਕੀ ਵਾਂਗੂ ਹੀ ਘੁੰਮਦੇ ਰਹਿੰਦੇ ਆ, ਯੂ نو। ਸੋ ਇਹ ਵੀ ਬਹੁਤ ਵੱਡੀ ਗੱਲ ਨਹੀਂ ਹੈਗੀ ਕਿ ਲਾਈਕ ਸਾਡੇ ਜਿਹੜੇ ਇੰਡੀਅਨ ਪੇਰੈਂਟਸ ਆ, ਜਦੋਂ ਕਹਿੰਦੇ ਜੀ ਫਲਾਨਾ ਸਾਡਾ ਮੁੰਡਾ ਡਾਕਟਰ ਆ ਜਾਂ ਸਾਡੀ ਕੁੜੀ ਡਾਕਟਰ ਆ ਜਾਂ ਬਹੁਤ ਵੱਡਾ ਰਿਸਰਚਰ ਆ ਜਾਂ ਬਹੁਤ ਵੱਡੀ PhD ਆ, ਉਹ ਅਕਸਰ ਇਹ ਨਹੀਂ ਜਾਣਦੇ ਹੈਗੇ ਕਿ ਸੋਸ਼ੋ ਇਕਨੋਮਿਕ ਸਟੇਟਸ, ਯੂ نو, ਕਮਿਊਨਿਟੀ ਵਿੱਚ ਸਟੇਟਸ ਸਾਨੂੰ ਜ਼ਿਆਦਾ ਚਾਹੀਦਾ ਹੁੰਦਾ ਆ। ਬਟ ਅਸੀਂ ਇਹ ਚੀਜ਼ਾਂ ਨਹੀਂ ਦੇਖਦੇ ਹੈਗੇ ਕਿ ਲਾਈਕ ਸਾਡੇ ਜਿਹੜੇ ਬੱਚੇ ਅੱਗੇ ਪਪਟਸ ਹੈਗੇ ਆ ਜਾਂ ਆਪਣੇ ਸੋਚ ਦੇ ਮੁਤਾਬਿਕ ਉਹ ਕੁਛ ਕਰਦੇ ਆ। ਜੇ ਪੈਸਾ ਕਮਾਉਣਾ ਹੀ ਅਮੀਰੀ ਹੁੰਦੀ ਤੇ ਬਾਬੇ ਨਾਨਕ ਨੇ ਸਭ ਤੋਂ ਜ਼ਿਆਦਾ ਕਮਾਇਆ ਹੁੰਦਾ, ਉਹ ਕਦੇ ਤੇਰਾ ਨਹੀਂ ਕਰਦਾ। ਇੱਕ ਚੀਜ਼ ਮੈਂ ਮੈਂਸ਼ਨ ਕਰਨੀ ਸੀਗੀ ਕਿ ਜਿਹੜੇ ਪਿੰਡ ਦੇ ਸਰਪੰਚ ਹੁੰਦੇ, ਉਹ ਪਿੰਡਾਂ ਦੇ ਪ੍ਰੈਜ਼ੀਡੈਂਟ ਹੁੰਦੇ ਆ। ਜੇ ਤੁਸੀਂ 1 ਗੈਲਨ ਵੀ ਤੁਹਾਡੇ ਹੱਥ ਆਉਂਦੀ ਆ 35% ਹਾਈਡਰੋਜਨ ਪਰਆਕਸਾਈਡ, ਜਿਹੜੀ ਫੂਡ ਗ੍ਰੇਡ ਹੋਵੇ, ਤੇ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਦੱਸੀਆਂ ਆ ਕਿ ਕਿੱਦਾਂ ਲਈਦੀਆਂ ਆ, ਉਹ ਤੁਸੀਂ 1 ਗੈਲਨ ਵੀ ਤੁਹਾਡੇ ਕੋਲ ਹੋਵੇ ਤਾਂ ਤੁਸੀਂ ਐਟਲੀਸਟ ਹਜ਼ਾਰਾਂ ਦੇ ਹਿਸਾਬ ਨਾਲ ਤੁਸੀਂ ਜਾਨਾਂ ਬਚਾ ਸਕਦੇ ਆ। ਜੇ ਤੁਹਾਡੇ ਪਿੰਡ ਵਿੱਚ ਕਿਸੇ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ, ਕਿਸੇ ਗਰੀਬ ਪਰਿਵਾਰ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ, ਤੁਸੀਂ ਕਿਸੇ ਨੂੰ ਜੋ ਇਹ ਡੋਸੇਜ ਬਣਾ ਸਕਦਾ ਆ, ਜਾਂ ਪਿੰਡ ਦਾ ਕੋਈ ਕੈਮਿਸਟ ਹੋਵੇ ਜਾਂ ਕੋਈ ਡਾਕਟਰ ਹੋਵੇ ਜਾਂ ਕੋਈ ਨਰਸ ਦਾ ਕੋਈ ਸਟੂਡੈਂਟ ਹੋਵੇ ਜੋ ਇਹ ਡੋਸੇਜ ਬਣਾ ਸਕਦਾ ਆ, ਤੇ ਇਹ ਤੁਸੀਂ ਜੇ ਇੱਕ ਪਿੰਡ ਵਿੱਚ 10 ਮਰੀਜ਼ ਹੈਗੇ ਆ ਤੇ ਇਹ 10 ਦੀ ਹੀ ਜਾਨ ਬਚਾ ਸਕਦਾ ਆ, ਜੋ ਕਿ ਲਾਈਕ ਰੁਪਈਆਂ ਦੇ ਹਿਸਾਬ ਨਾਲ ਇਹਦੀ ਕਾਸਟ ਹੈਗੀ ਆ, ਜੋ ਕਿ ਪਿੰਡ ਦੇ ਜਿਹੜੇ ਸਰਪੰਚ ਆ ਉਹ ਕਵਰ ਕਰ ਸਕਦੇ ਆ। ਐਂਡ ਇੱਕ ਹੋਰ ਚੀਜ਼ ਮੈਂ ਭੁੱਲ ਗਈ ਕਰਨਾ ਕਿ ਜਿਹੜਾ ਵੇਪੋਰਾਈਜ਼ਰ ਵਿੱਚ ਮੈਂ ਦੱਸਿਆ ਸੀਗਾ ਕਿ ਤੁਸੀਂ ਇੱਦਾਂ ਵੇਪੋਰਾਈਜ਼ਰ ਬਣਾ ਸਕਦੇ ਆ। ਤੁਸੀਂ ਉੱਦਾਂ ਹੀ ਜਿੱਦਾਂ ਚੁੱਲ੍ਹੇ 'ਤੇ ਭਾਂਡਾ ਰੱਖ ਕੇ ਉੱਦਾਂ ਹੀ ਤੁਸੀਂ ਸਟੀਮ ਜਿਹੜੀ ਆ, ਭਾਫ ਜਿਹੜੀ ਆ ਉਹ ਬਣਾ ਸਕਦੇ ਆ। ਤੇ ਇੱਕ ਤੁਸੀਂ ਤੌਲੀਆ ਸਿਰ 'ਤੇ ਲੈ ਕੇ ਤੇ ਉਹ ਇਨਸਾਨ ਨੂੰ ਤੁਸੀਂ ਉਹ ਭਾਫ ਜਿਹੜੀ ਅੰਦਰ ਖਿੱਚਣ ਲਈ ਕਹਿ ਸਕਦੇ ਆ, ਤੇ ਉਹਦੇ ਨਾਲ ਵੀ ਉਹਨਾਂ 'ਚ ਜਿਹੜੀ ਆਕਸੀਜਨ ਆ ਉਹ ਵਧੇਗੀ ਉਹਨਾਂ ਦੀ ਬਾਡੀ ਵਿੱਚ। ਅਗਲਾ ਇੱਕ ਹੋਰ ਟਿਪ ਆ, ਜੇ ਤੁਹਾਡੇ ਕੋਲ ਉਹ ਡਰਾਪਰ ਨਹੀਂ ਹੈਗਾ ਜਿਹਦੇ ਵਿੱਚ ਬੂੰਦਾਂ ਗਿਰਦੀਆਂ ਆ, ਤਾਂ ਤੁਸੀਂ ਜਿੱਦਾਂ ਆਪਾਂ ਦੀਵੇ ਵਿੱਚ ਬੱਤੀ ਬਣਾਉਂਦੇ ਹੁੰਦੇ ਸੀਗੇ, ਇੱਕ ਰੂੰ ਲੈ ਕੇ ਤੇ ਰੂੰ ਨੂੰ ਆਪਣੇ ਹੱਥ ਨਾਲ ਮਸਲ ਲੈਣਾ ਆ ਤੇ ਉਹਨੂੰ ਡਿਪ ਕਰ ਲੈਣਾ ਆ ਉਹਦੇ ਵਿੱਚ ਹਾਈਡਰੋਜਨ ਵਿੱਚ। ਮੇਕ ਸ਼ੋਰ ਤੁਹਾਡੇ ਗਲਵਸ ਪਾਏ ਹੋਣ, ਜੇ ਡਬਲ ਗਲਵਸ ਪਾ ਸਕਦੇ ਉਹ ਵੀ ਬੈਟਰ ਆ, ਤੇ ਉਹਦੇ ਬੱਤੀ ਦੇ ਨਾਲ ਤੁਸੀਂ ਬੂੰਦਾਂ ਜਿਹੜੀਆਂ ਗਿਣ ਸਕਦੇ ਆ। That's it for today and I'll see you next time. ਸਤਿ ਸ਼੍ਰੀ ਅਕਾਲ।